हम ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਇਹ ਸ਼ਬਦ ਲਿਖਿਆ ਹੈ ਪਹਿਲਾਂ ਇਹ ਖਿਆਲ ਕਰੋ, हम ਭੀਖਕ ਭਿਖਾਰੀ तेरे, तू निजपत है दाता। तुहीं ਭਿਖਾਰੀ हो, ਵਾਸਤਵਿਕ ਦੇ ਵਿੱਚ ਜਾਚਕ ਮੰਗੈ ਦਾਨ ਦੇਹ ਪਿਆਰਿਆ। ਤੁਸੀਂ ਜਾਚਕ ਹੋ ਤੇ ਦੇਣ ਵਾਲਾ ਦੇਰੀ ਨਹੀਂ ਕਰਦਾ। ਜੋ ਮੰਗੇ ਠਾकुर ਆਪਣੇ ਤੇ ਸੋਈ ਸੋਈ ਦੇ। ਪਰ ਸ਼ੱਕ ਦੇਣ ਵਾਲੇ ਤੇ ਹੁੰਦਾ ਹੈ ਜਦੋਂ ਨਹੀਂ ਮਿਲਦਾ। ਸ਼ੱਕ ਹਮੇਸ਼ਾ ਦਾਤੇ ਤੇ ਹੁੰਦਾ ਹੈ। ਸ਼ੱਕ ਕਰਨਾ ਹੈ ਤੇ ਆਪਣੇ ਤੇ ਕਰੋ। ਤੁਸੀਂ ਭਿਖਾਰੀ ਹੋ, ਇਵੇਂ ਸਮਝੋ ਕੋਈ ਵਾਸਤਵਿਕ ਦੇ ਵਿੱਚ ਭੁੱਖਾ ਹੋਵੇ ਤੇ ਭੋਜਨ ਦੀ ਜਾਚਨਾ ਕਰ ਰਿਹਾ ਹੋਵੇ ਤੇ ਤੁਸੀਂ ਇਨਕਾਰ ਕਰ ਸਕੋਗੇ। ਭੁੱਖੇ ਆਦਮੀ ਨੂੰ ਦੇਖ ਕੇ ਤੁਸੀਂ ਵੀ ਇਨਕਾਰ ਨਹੀਂ ਕਰਦੇ ਹੋ, ਭਾਵੇਂ ਆਪਣੇ ਕੋਲ ਥੋੜ੍ਹਾ ਹੋਵੇ ਤੁਸੀਂ ਜ਼ਰੂਰ ਦੇ ਦਿਓਗੇ। ਭੁੱਖਾ ਹੈ। ਅਗਰ ਕੋਈ ਨੰਗਾ ਹੈ, ਠੰਡ ਦਾ ਮੌਸਮ ਹੈ ਤੇ ਤੁਸੀਂ ਵੀ ਇਨਕਾਰ ਨਾ ਕਰੋਗੇ। ਆਪਣੇ ਉੱਪਰੋਂ ਹੋ ਸਕਦਾ ਹੈ ਕੱਪੜਾ ਲਾ ਕੇ ਦੇ ਦਿਓ। ਦਇਆ ਆਉਂਦੀ ਹੈ ਦੇਖ ਕੇ। ਵਾਸਤਵਿਕ ਦੇ ਵਿੱਚ ਭੁੱਖਾ ਹੋਵੇ, ਭਿਖਾਰੀ ਹੋਵੇ, ਉਹਦੇ ਤੇ ਦਇਆ ਆਵੇਗੀ। ਅਗਰ ਝੂਠਾ ਭਿਖਾਰੀ ਹੈ, ਖਾਣ ਨੂੰ ਤੇ ਬਹੁਤ ਕੁਛ ਹੈ ਉਹਦੇ ਕੋਲ, ਪਰ ਆਦਤ ਹੈ ਭੀਖ ਮੰਗਣ ਦੀ, ਹੱਟਾ ਖੱਟਾ ਹੈ ਦੇਖਣ ਨੂੰ, ਤੇ ਤੁਸੀਂ ਇਨਕਾਰ ਕਰੋਗੇ ਵੀ ਤੂੰ ਪਖੰਡੀ ਹੈ, ਭੀਖ ਮੰਗਣ ਵਾਲਾ ਨਹੀਂ, ਭਿਖਾਰੀ ਨਹੀਂ ਹੈ ਤੂੰ। ਤੇਰੇ ਕੋਲ ਤੇ ਬਹੁਤ ਕੁਛ ਹੈ, ਖਾਣ ਨੂੰ ਵੀ, ਰਹਿਣ ਨੂੰ ਵੀ, ਪਹਿਨਣ ਨੂੰ। ਤੁਸੀਂ ਸਾਫ਼ ਇਨਕਾਰ ਕਰੋਗੇ ਪਖੰਡੀ ਨੂੰ, ਝੂਠੇ ਭਿਖਾਰੀ ਨੂੰ। ਪਰ ਸੱਚੇ ਨੂੰ ਤੁਸੀਂ ਇਨਕਾਰ ਨਹੀਂ ਕਰ ਸਕਦੇ ਹੋ। ਵਾਸਤਵਿਕ ਦੇ ਵਿੱਚ ਭੁੱਖਾ ਹੋਵੇ ਤਾਂ, ਵਾਸਤਵਿਕ ਦੇ ਵਿੱਚ ਪਿਆਸਾ ਹੋਵੇ ਤੇ ਤੁਸੀਂ ਪਾਣੀ ਤੋਂ ਇਨਕਾਰ ਨਾ ਕਰੋਗੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ। ਤੜਫ ਰਿਹਾ ਹੋਵੇ ਪਿਆਸ ਨਾਲ, ਕਿਵੇਂ ਕਰੋਗੇ ਇਨਕਾਰ? ਅਗਰ ਤੁਹਾਡੇ ਅੰਦਰ ਇੰਨੀ ਦਇਆ ਹੈ ਤਾਂ ਉਸ ਦਾਤੇ ਦੇ ਅੰਦਰ ਕਿੰਨੀ ਦਇਆ ਨਾ ਹੋਵੇਗੀ। ਉਹ ਤੇ ਦਇਆ ਦਾ ਸਾਗਰ ਹੈ। ਦਇਆ ਕਰਕੇ ਹੀ ਤਾਂ ਸਭ ਕੁਛ ਚੱਲ ਰਿਹਾ ਹੈ। ਧੌਲ ਧਰਮ ਦਇਆ ਕਾ ਪੂਤ। ਤੇ ਉਹਦੇ ਵਿੱਚ ਦੇਰੀ ਨਹੀਂ ਹੋਵੇਗੀ ਦਾਤਾਂ ਦੇਣ ਦੀ। ਉਹ ਤੇ ਦਾਤਾ ਹੈ। ਪਰ ਭਿਖਾਰੀ ਵਾਸਤਵਿਕ ਦੇ ਵਿੱਚ ਹੋਵੇ ਤਾਂ ਜਾਚਕ ਹੋਵੇ, ਤੇ ਤੁਸੀਂ ਜਾਚਕ ਹੋ, ਭਿਖਾਰੀ ਹੋ। ਕਰਨਾ ਹੈ ਸ਼ੱਕ ਆਪਣੀ ਪਾਤਰਤਾ ਤੇ ਕਰੋ। ਦਾਤੇ ਤੇ ਨਾ ਕਰਿਓ। ਅਕਸਰ ਜ਼ਿਆਦਾ ਲੋਕ ਧਾਰਮਿਕ ਦਾਤੇ ਤੇ ਸ਼ੱਕ ਕਰਦੇ ਹਨ ਵੀ ਸਾਨੂੰ ਨਹੀਂ ਮਿਲ ਰਿਹਾ ਤੇ ਸ਼ਾਇਦ ਉਹ ਨਹੀਂ ਦੇ ਰਿਹਾ।
ਉਹਦੇ ਘਰ ਦੇਰ ਹੈ ਅੰਧੇਰ ਨਹੀਂ। ਦੇਵੇਗੇ ਨਾ, ਨਹੀਂ, ਨਾ ਦੇਰ ਹੈ ਨਾ ਹਨੇਰ ਹੈ ਉਹਦੇ ਘਰ। ਕਮੀ ਹੈ ਤੁਹਾਡੇ 'ਚ। ਤੁਸੀਂ ਵਾਸਤਵਿਕ ਦੇ ਵਿੱਚ ਭਿਖਾਰੀ ਨਹੀਂ ਹੋ। ਜਿਵੇਂ ਭੁੱਖੇ ਨੂੰ ਅੰਨ ਮਿਲ ਹੀ ਜਾਂਦਾ ਹੈ ਨਾ, ਭੋਜਨ ਮਿਲ ਹੀ ਜਾਂਦਾ ਹੈ, ਦਇਆ ਕਰਕੇ ਦੇ ਹੀ ਦਿੰਦਾ ਹੈ ਕੋਈ ਨਾ ਕੋਈ। ਇੱਦਾਂ ਹੀ ਜਦੋਂ ਤੁਸੀਂ ਵੀ ਭੁੱਖੇ ਹੋਏ, ਪਿਆਸੇ ਹੋਏ, ਤੁਹਾਨੂੰ ਵੀ ਮਿਲੇਗਾ। ਪਰ ਤੁਸੀਂ ਆਪਣੇ ਵੱਲ ਨਹੀਂ ਦੇਖਦੇ ਹੋ। ਆਪਣੀ ਪੜਚੋਲ ਨਹੀਂ ਕਰਦੇ ਹੋ। ਆਪਣੇ ਆਪ ਨੂੰ ਤੇ ਕੋਈ ਦੇਖਦਾ ਹੀ ਨਹੀਂ ਹੈ ਵੀ ਮੈਂ ਵਾਸਤਵਿਕ ਦੇ ਵਿੱਚ ਪਾਤਰ ਹਾਂ ਕਿ ਨਹੀਂ। ਦੂਸਰੇ 'ਤੇ ਦ੍ਰਿਸ਼ਟੀ ਹੁੰਦੀ। ਹੁਣ ਖਿਆਲ ਕਰਿਓ, ਦੂਸਰੇ ਗਰੁੱਪ ਦੇ ਵਿੱਚ ਦੋ ਸਰੋਤਿਆਂ ਦੀ ਆਪਸ ਦੇ ਵਿੱਚ ਚਰਚਾ ਹੋਈ। ਉਹਨੂੰ ਸੁਣ ਕੇ ਤੁਹਾਨੂੰ ਵੀ ਪਤਾ ਲੱਗੇਗਾ। ਅਗਰ ਉਹ ਵੀ ਧਿਆਨਪੂਰਵਕ ਸੁਣਨਗੇ ਤਾਂ ਉਹਨਾਂ ਨੂੰ ਵੀ ਲਾਭ ਹੋਵੇਗਾ ਵੀ ਤੁਸੀਂ ਜਾਚਕ ਹੋ, ਪਾਤਰ ਹੋ, ਭਿਖਾਰੀ ਹੋ। ਇੱਕ ਗੁਰਮੁਖ ਸਿੰਘ ਨੇ ਵੀਡੀਓ ਰਿਕਾਰਡਿੰਗ ਨਿਹੰਗ ਸਿੰਘ ਕਸਰਤ ਕਰ ਰਹੇ ਹਨ, ਉਹਨਾਂ ਦੀ ਪਾਈ ਸੀ। ਤੇ ਕੁਝ ਸਮੇਂ ਬਾਅਦ ਉਹਨਾਂ ਨੇ ਸੌਰੀ ਇਫ ਅਨਨੋਨ ਡਿਸਟਰਬਡ ਬਾਈ ਦਿਸ ਮੈਸੇਜ ਲਿਖ ਦਿੱਤਾ। ਤੇ ਕੁਝ ਸਮੇਂ ਬਾਅਦ ਪਰਮਿੰਦਰ ਸਿੰਘ ਨੇ ਇੱਕ ਆਡੀਓ ਕਲਿੱਪ ਰਾਹੀਂ ਉਹਨੂੰ ਸਮਝਾਉਣਾ ਕੀਤਾ ਕਿ ਪਹਿਲਾਂ ਆਡੀਓ ਵੀਡੀਓ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਦੇਖੀਦਾ ਹੈ, ਸੁਣੀਦਾ ਹੈ ਵੀ ਸਾਧਨਾ 'ਚ ਕੰਮ ਆਉਣ ਵਾਲਾ ਹੈ ਕਿ ਨਹੀਂ ਆਉਣ ਵਾਲਾ ਹੈ, ਸਾਧਨਾ ਦੇ ਨਾਲ ਸੰਬੰਧਿਤ ਹੈ ਕਿ ਨਹੀਂ, ਫਿਰ ਆਪਣੇ ਜੀਵਨ ਦੇ ਵਿੱਚ ਢਾਲਣਾ ਚਾਹੀਦਾ ਹੈ। ਫਿਰ ਗਰੁੱਪ ਦੇ ਵਿੱਚ ਪਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਗੁਰਮੁਖ ਸਿੰਘ ਨੇ ਸਪਸ਼ਟੀਕਰਨ ਦਿੱਤਾ ਹੈ, ਮਾਫ਼ ਕਰਿਓ ਪ੍ਰਭੂ ਜੀ, ਪਰ ਸਾਧਨਾ ਵਿੱਚ ਸਰੀਰਕ ਤੰਦਰੁਸਤੀ ਦਾ ਬਹੁਤ ਵੱਡਾ ਯੋਗਦਾਨ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਵੀ ਖਡੂਰ ਸਾਹਿਬ ਅਖਾੜਾ ਚਲਾਇਆ ਗਿਆ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸਰੀਰਕ ਤੰਦਰੁਸਤੀ ਨੂੰ ਅਖਾੜਾ ਮੀਰੀ ਪੀਰੀ ਚਲਾਇਆ। ਗੁਰਮੁਖ ਸਿੰਘ ਨੇ ਕਿਹਾ ਹੈ ਵੀ ਉਹ ਨਿਹੰਗ ਸਿੰਘ ਦੀ ਜੋ ਪਾਈ ਸੀ ਨਾ ਵੀਡੀਓ ਕਲਿੱਪ ਕਸਰਤ ਕਰਦੇ ਹੋਇਆਂ ਦੀ, ਵੀ ਐਸਾ ਨਹੀਂ ਹੈ ਵੀ ਇਹੋ ਹੀ ਕਰ ਰਹੇ ਹਨ। ਪਿੱਛੇ ਗੁਰੂਆਂ ਨੇ ਵੀ ਅਖਾੜੇ ਖੋਲ੍ਹੇ ਹੋਏ ਸਨ ਅਤੇ ਕਸਰਤਾਂ ਕਰਾਉਂਦੇ ਸਨ। ਇਹ ਵੀ ਗੱਲ ਸਮਝਣਯੋਗ ਹੈ। ਅਕਸਰ ਧਾਰਮਿਕ ਲੋਕ ਜਿਹੜੀ ਗੱਲ ਨੂੰ ਸਿੱਧ ਕਰਨਾ ਚਾਹੁੰਦੇ ਹੋਣ ਨਾ ਸਹੀ,
ਉਹਦਾ ਪ੍ਰਮਾਣ ਪਿੱਛੇ ਗੁਰੂਆਂ ਤੋਂ ਦਿੰਦੇ ਹਨ, ਗੁਰੂਆਂ ਦੇ ਇਤਿਹਾਸ ਤੋਂ ਦਿੰਦੇ ਹਨ। ਵੀ ਗੁਰੂਆਂ ਨੇ ਵੀ ਐਸਾ ਕੀਤਾ ਸੀ, ਉਹਨਾਂ ਨੇ ਵੀ ਅਖਾੜੇ ਬਣਾਏ ਹੋਏ ਸਨ, ਕੁਸ਼ਤੀਆਂ ਕਰਾਇਆ ਕਰਦੇ ਸਨ। ਇਹ ਨਹੀਂ ਵੀ ਸਿੱਖ ਹੀ ਐਸਾ ਕਰਦੇ ਹਨ, ਹਰ ਧਰਮ ਦੇ ਵਿੱਚ ਹੀ ਐਸਾ ਹੁੰਦਾ। ਮੁਸਲਮਾਨਾਂ ਨੂੰ ਕਹੋ ਤੁਸੀਂ ਇੰਨੀਆਂ ਸ਼ਾਦੀਆਂ ਕਿਉਂ ਕਰਦੇ ਹੋ, ਉਹ ਕਹਿੰਦੇ ਹਨ ਸਾਡੇ ਮੁਹੰਮਦ ਸਾਹਿਬ ਨੇ 9 ਕੀਤੀ। ਈਸਾਈਆਂ ਨੂੰ ਕਹੋ ਤੁਸੀਂ ਸ਼ਰਾਬ ਕਿਉਂ ਪੀਂਦੇ ਹੋ, ਕਹਿੰਦੇ ਸਾਡੇ ਪੈਗੰਬਰ ਨੇ ਹਜ਼ਰਤ ਈਸਾ ਨੇ ਪੀਤੀ। ਤੇ ਜਿਹੜੀ ਗੱਲ ਚੰਗੀ ਲੱਗਦੀ ਹੈ, ਕਰਨਾ ਚਾਹੁੰਦਾ ਹੈ ਆਦਮੀ, ਉਹਦੇ ਵਾਸਤੇ ਹੀ ਪਿੱਛੇ ਪ੍ਰਮਾਣ ਲੱਭ ਲੈਂਦਾ ਹੈ। ਜਿਵੇਂ ਕੋਈ ਇਸਤਰੀਆਂ ਦੇ ਵਿੱਚ ਹਿੰਦੂ ਨੱਚਣਾ ਚਾਹਵੇ ਨਾ, ਨੱਚ ਰਿਹਾ ਹੋਵੇ, ਤੇ ਕੋਈ ਆਣ ਕੇ ਕਹਿ ਦੇਵੇ ਤੂੰ ਕੀ ਇਸਤਰੀਆਂ ਦੇ ਵਿੱਚ ਕਿਉਂ ਨੱਚਦਾ, ਉਹ ਕਹਿੰਦਾ ਸਾਡੇ ਭਗਵਾਨ ਸ਼੍ਰੀ ਕ੍ਰਿਸ਼ਨ ਨੱਚੇ ਸਨ, ਉਹਨਾਂ ਨੇ ਰਾਸ ਲੀਲਾ ਕੀਤੀ ਸੀ, ਗੋਪੀਆਂ ਦੇ ਵਿੱਚ ਨੱਚੇ ਸਨ, ਪ੍ਰਮਾਣ ਲੱਭ ਲਿਆ। ਹੁਣ ਕੋਈ ਇਨਕਾਰ ਵੀ ਨਹੀਂ ਕਰ ਸਕਦਾ। ਪਰ ਤੁਹਾਡੀ ਅਵਸਥਾ ਉਹ ਥੋੜ੍ਹੀ ਹੈ, ਉਹ ਬਿਨਾਂ ਵਾਸ਼ਨਾ ਤੋਂ ਨੱਚੇ ਸਨ, ਤੁਸੀਂ ਵਾਸ਼ਨਾ ਤੋਂ ਬਿਨਾਂ ਨੱਚ ਨਹੀਂ ਸਕਦੇ। ਤੁਹਾਡੇ ਅੰਦਰ ਵਾਸ਼ਨਾ ਹੈ, ਪਰ ਪ੍ਰਮਾਣ ਲੱਭ ਲਿਆ ਪਿੱਛੋਂ। ਜੋ ਆਦਮੀ ਨੇ ਕੰਮ ਕਰਨਾ ਹੈ, ਅਗਰ ਕਿਸੇ ਨੂੰ ਮਾਸ ਖਾਣ ਦੀ ਜ਼ਿਆਦਾ ਆਦਤ ਪਈ ਹੋਈ ਹੈ, ਚੰਗਾ ਲੱਗਦਾ ਹੈ, ਜ਼ਬਾਨ ਲੱਗੀ ਹੋਈ ਹੈ ਰਸ ਤੇ ਮਾਸ ਦੇ, ਤੋ ਕਹਿ ਦਿੰਦਾ ਹੈ ਗੁਰੂ ਵੀ ਸਾਡੇ ਸ਼ਿਕਾਰ ਕਰਦੇ ਰਹੇ ਸਨ, ਉਹਨਾਂ ਨੇ ਵੀ ਮਾਸ ਖਾਧਾ ਸੀ। ਉਹ ਇਤਿਹਾਸ ਦੇ ਵਿੱਚੋਂ ਪ੍ਰਮਾਣ ਦੇ ਦਿੰਦਾ ਹੈ। ਕੀ ਕਰੋਗੇ? ਮਾਸ ਖਾਣ ਨੂੰ ਤੇ ਆਪਣਾ ਦਿਲ ਕਰਦਾ ਹੈ, ਪਰ ਪ੍ਰਮਾਣ ਦੇ ਦਿੱਤਾ ਗੁਰੂਆਂ। ਤੇ ਲੋਕ ਦੂਜਿਆਂ ਨੂੰ ਵੀ ਸਮਝਾਉਂਦੇ ਹਨ। ਕਈ ਸ਼ਾਦੀ ਨਹੀਂ ਕਰਦੇ ਹਨ ਜਾਂ ਨਹੀਂ ਹੁੰਦੀ ਹੈ, ਉਹਨਾਂ ਨੂੰ ਕਹਿ ਦਿੰਦੇ ਹਨ ਗੁਰੂਆਂ ਨੇ ਵੀ ਸ਼ਾਦੀ ਤਾਂ ਕੀਤੀ ਸੀ ਨਾ ਆਪਣਿਆਂ ਨੇ, ਤੂੰ ਕਿਉਂ ਨਹੀਂ ਕਰ ਰਿਹਾ? ਤੇ ਗੁਰੂਆਂ ਨੇ ਤੇ 3-3 ਸ਼ਾਦੀਆਂ ਵੀ ਕੀਤੀਆਂ ਸੀ। ਫਿਰ ਤੁਸੀਂ ਕਿਉਂ ਨਹੀਂ ਕਰ ਰਹੇ ਹੋ? ਤੁਹਾਡੇ ਕੋਲ ਤੇ ਇੱਕ ਹੀ ਨਿਭਾਉਣੀ ਔਖੀ ਹੈ। ਗੁਰੂਆਂ ਦੀ ਰੀਸ ਬਾਹਰੋਂ ਨਹੀਂ ਕਰਨੀ ਹੈ, ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਇਹ ਵਾਰ-ਵਾਰ ਮੈਂ ਕਹਿੰਦਾ ਹਾਂ ਵੀ ਇਤਿਹਾਸ ਮਿਥਿਹਾਸ ਹੈ, ਪਰ ਤੁਸੀਂ ਫਿਰ ਵੀ ਇਤਿਹਾਸ ਦੇ ਨਾਲ ਬਹੁਤੇ ਜੁੜੇ ਹੋਏ ਹੋ, ਜ਼ਿਆਦਾ ਜੁੜੇ ਹੋ, ਇਸੇ ਕਰਕੇ ਇਤਿਹਾਸ ਦਾ ਪ੍ਰਮਾਣ ਦਿੱਤਾ ਹੈ। ਫਿਰ ਇਹ ਵੀ ਕਿਹਾ ਗਿਆ ਹੈ ਵੀ ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਵੀ ਉਹਨਾਂ ਨੇ ਜੋ ਕਿਹਾ ਹੈ ਨਾ ਉਹ ਕਰਨਾ ਹੈ, ਉਹਨਾਂ ਨੇ ਜੋ ਕੰਮ ਕੀਤੇ ਹਨ ਉਹ ਥੋੜ੍ਹੀ ਕਰਨੇ ਹਨ, ਉਹਨਾਂ ਦੇ ਕੰਮਾਂ ਦੀ ਰੀਸ ਨਹੀਂ ਕਰਨੀ ਹੈ। ਆਮ ਧਾਰਮਿਕ ਲੋਕ ਬਾਹਰੋਂ ਜੋ ਗੁਰੂਆਂ ਨੇ ਕੀਤਾ ਹੈ ਉਹ ਕਰਨ ਦੀ ਕੋਸ਼ਿਸ਼ ਕਰਦੇ, ਉਹ ਥੋੜ੍ਹੀ ਕਰਨਾ ਹੈ। ਉਹ ਤਾਂ ਸਮਾਂ ਨਹੀਂ ਰਿਹਾ, ਉਸ ਸਮੇਂ ਜੋ ਹੋਇਆ ਕਰਦਾ ਸੀ ਅਜੋਕੇ ਸਮੇਂ ਥੋੜ੍ਹੀ ਹੋਣਾ ਹੈ, ਪਰ ਕਈ ਕਰ ਰਹੇ ਹਨ। ਹੁਣ ਉਸ ਸਮੇਂ ਤਲਵਾਰਾਂ ਦੀ ਅਤੇ ਨੇਜ਼ਿਆਂ ਦੀ, ਬਰਛਿਆਂ ਦੀ ਲੜਾਈ ਹੁੰਦੀ ਸੀ, ਯੁੱਧ ਹੁੰਦਾ ਸੀ ਅਤੇ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਸੀ, ਤਲਵਾਰ ਚਲਾਉਣੀ ਸਿਖਾਈ ਜਾਂਦੀ ਸੀ। ਪਰ ਅਜੋਕੇ ਸਮੇਂ 'ਚ ਵੀ ਸਿਖਾ ਰਹੇ ਹਨ ਗੱਤਕਾ। ਅਜੋਕੇ ਸਮੇਂ 'ਚ ਕੀ ਲੋੜ ਹੈ?
ਅਜੋਕੇ ਸਮੇਂ 'ਚ ਤੁਸੀਂ ਬਾਹਰ ਨਹੀਂ ਜਾ ਸਕਦੇ ਤਲਵਾਰ ਲੈ ਕੇ। ਸਮਾਂ ਬਦਲ ਗਿਆ ਹੈ। ਉਦੋਂ ਘੋੜੇ ਰੱਖਦੇ ਸਨ ਕਿਉਂਕਿ ਸਵਾਰੀ ਘੋੜੇ ਦੀ ਸੀ, ਅਤੇ ਅਜੋਕੇ ਸਮੇਂ 'ਚ ਤੇ ਘੋੜਾ ਚੱਲ ਹੀ ਨਹੀਂ ਸਕਦਾ। ਸ਼ਹਿਰਾਂ 'ਚ ਸੜਕਾਂ 'ਤੇ ਕਿਵੇਂ ਚੱਲੇਗਾ। ਪਰ ਜਿਹੜੇ ਜ਼ਿਆਦਾ ਇਤਿਹਾਸ ਦੇ ਦੀਵਾਨੇ ਆ, ਜ਼ਿਆਦਾ ਧਾਰਮਿਕ ਲੋਕ ਪਿਛਲੇ ਸਮੇਂ 'ਚ ਜੀ ਰਹੇ ਹਨ। ਜੀਣਾ ਸੀ ਵਰਤਮਾਨ 'ਚ, ਅਤੇ ਗੁਰੂਆਂ ਨੇ ਜੋ ਕੀਤਾ ਹੈ ਉਹ ਨਹੀਂ ਕਰਨਾ ਹੈ। ਜੋ ਗੁਰੂਆਂ ਨੇ ਕਿਹਾ ਹੈ ਉਹ ਸਮਝਣਾ ਹੈ। ਜੋ ਉਪਦੇਸ਼ ਦਿੱਤਾ ਹੈ ਉਹ ਵਾਸਤਵਿਕ ਹੈ। ਇਸੇ ਕਰਕੇ ਇਤਿਹਾਸ ਨਹੀਂ ਲਿਖਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਤਿਹਾਸ ਦੀ ਕੋਈ ਵੈਲਿਊ ਨਹੀਂ ਹੈ। ਹੁਣ ਜਿਹੜੇ ਜਾਗਰਤ ਪੁਰਸ਼ ਹਨ ਨਾ, ਬਹੁਤ ਸਾਰੇ ਐਸੇ ਕੰਮ ਕਰਦੇ ਹਨ ਜਿਹੜੇ ਸਮਾਜ ਦੇ ਵਿੱਚ ਸਵੀਕ੍ਰਿਤ ਨਹੀਂ ਹਨ, ਉਸ ਸਮੇਂ ਵੀ ਨਹੀਂ ਸਨ। ਜਿਵੇਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਾਈ ਕੌਲਾਂ ਨੂੰ ਲੈ ਕੇ ਆਏ ਸਨ ਨਠਾ ਕੇ, ਅਤੇ ਸਮਾਜ ਸਵੀਕਾਰ ਥੋੜ੍ਹੀ ਕਰਦਾ ਹੈ। ਕ੍ਰਿਸ਼ਨ ਜੀ ਗੋਪੀਆਂ ਦੇ ਵਸਤਰ ਚੱਕ ਕੇ ਨੱਠ ਗਏ ਸਨ, ਸਵੀਕਾਰ ਥੋੜ੍ਹੀ ਕਰਦਾ ਹੈ ਸਮਾਜ। ਸਮਾਜ ਤੋਂ ਉਲਟ ਬਹੁਤ ਕੰਮ ਹੁੰਦੇ ਹਨ, ਪਰ ਇਤਿਹਾਸ ਬਹੁਤ ਸਮੇਂ ਬਾਅਦ ਲਿਖਿਆ ਜਾਂਦਾ ਹੈ ਅਤੇ ਸਮਾਜਿਕ ਪ੍ਰਾਣੀ ਲਿਖਦੇ ਹਨ, ਅਤੇ ਸਮਾਜ ਨੂੰ ਦੇਖ ਕੇ ਧਿਆਨ ਵਿੱਚ ਰੱਖ ਕੇ ਲਿਖਦੇ ਹਨ। ਇਸ ਕਰਕੇ ਉਹ ਗੱਲਾਂ ਛੁੱਟ ਜਾਂਦੀਆਂ ਹਨ ਜੋ ਸਮਾਜ ਦੇ ਪ੍ਰਤੀਕੂਲ ਹੁੰਦੀਆਂ ਹਨ, ਅਤੇ ਬਹੁਤ ਹੁੰਦੀਆਂ ਹਨ, ਖਿਆਲ ਵਿੱਚ ਰੱਖਿਓ। ਅਤੇ ਉਹਨਾਂ ਦੀ ਬਾਹਰੋਂ ਰੀਸ ਨਹੀਂ ਕਰਨੀ। ਹੰਸਾਂ ਦੇਖ ਤਰੰਦਿਆਂ ਬੱਗਾ ਵੀ ਆਇਆ ਚਾਹੋ, ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਐਸਾ ਨਾ ਹੋਵੇ ਵੀ ਤੁਸੀਂ ਉਹਨਾਂ ਦੀ ਰੀਸ ਕਰਕੇ ਤੇ ਡੁੱਬ ਜਾਓ। ਅਤੇ ਅਕਸਰ ਜ਼ਿਆਦਾਤਰ ਧਾਰਮਿਕ ਲੋਕ ਡੁੱਬ ਰਹੇ ਹਨ ਬਾਹਰੋਂ ਗੁਰੂਆਂ ਦੀ ਰੀਸ ਕਰਕੇ, ਅਤੇ ਬਾਹਰੋਂ ਨਹੀਂ। ਗੁਰ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਵ। ਕੰਮ ਨਹੀਂ।